ਜਦੋਂ ਕੋਈ ਨਹੀਂ ਤੁਰਦਾ ਸੀ ਉਦੋਂ ਮੇਰੇ ਦਾਦਾ ਜੀ ਤੁਰੇ ਸੀ। ਸਾਰੇ ਉਹਨਾਂ ਨੂੰ ਕਹਿੰਦੇ ਸੀ ਕਿ ਤੁਸੀਂ ਨਾ ਜਾਓ, ਪਰ ਮੇਰੇ ਦਾਦਾ ਜੀ ਅੱਗੇ ਲੱਗ ਕੇ ਤੁਰੇ। ਉਹ ਕਹਿੰਦੇ ਨਹੀਂ, ਮੈਂ ਇਹਨਾਂ ਦੇ ਨਾਲ ਹੀ ਜਾਣਾ ਵਾ। ਤੇ ਬਾਅਦ ਉੱਥੇ ਜਾ ਕੇ ਜ਼ਿਆਦਾ ਹੀ ਬਿਮਾਰ ਹੋ ਗਏ, ਜਿਸ ਕਰਕੇ ਉਹਨਾਂ ਨੂੰ ਘਰੇ ਸੱਦਿਆ ਤੇ ਬਾਅਦ ਉਹਨਾਂ ਦਾ ਮਤਲਬ ਟੈਸਟ ਕਰਵਾਇਆ। ਬਾਅਦ ਪਤਾ ਲੱਗਾ ਕਿ ਉਹਨਾਂ ਨੂੰ ਕੈਂਸਰ ਆ ਤੇ ਕੁਝ ਦਿਨਾਂ ਬਾਅਦ ਉਹਨਾਂ ਦਾ ਦੇਹਾਂਤ ਹੋ ਗਿਆ। ਸਾਡੇ ਘਰ ਨੂੰ ਐਡਾ ਵੱਡਾ ਘਾਟਾ ਪਿਆ ਵਾ ਕਿ ਜਿਹੜਾ ਕਦੀ ਵੀ ਨਹੀਂ ਪੂਰਾ ਹੋ ਸਕਦਾ। ਧਰਮ ਸਿੰਘ ਹੋਣਾ ਦੀ ਕੋਈ ਜ਼ਮੀਨ ਨਹੀਂ ਆਪਦੀ ਘਰ ਦੀ, ਪਰ ਫਿਰ ਵੀ ਇੱਕ ਕਿਸਾਨਾਂ ਦੇ ਤੌਰ ਤੇ ਕਿ ਨਹੀਂ ਅਸੀਂ ਮੋਰਚਾ ਜਿੱਤਣਾ ਵਾ, ਅਸੀਂ ਕਿਸਾਨ ਵਾ, ਸਾਡਾ ਸਰਕਾਰ ਨਾਲ ਮੱਥਾ ਲੱਗਾ ਵਾ, ਅਸੀਂ ਸੰਘਰਸ਼ ਜਿੱਤ ਕੇ ਅਸੀਂ ਵਾਪਸ ਆਉਣਾ। ਸਤਿ ਸ਼੍ਰੀ ਅਕਾਲ ਜੀ, ਮੈਂ ਸੰਤੋਖ ਸਿੰਘ ਪੰਨੂ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਇਹ ਪੁੱਤਰ ਹੱਟਾ ਤੇ ਨਹੀਂ ਵਿਕਦੇ। ਅੱਜ ਅਸੀਂ ਤਹਿਸੀਲ ਪੱਟੀ ਦੇ ਪਿੰਡ ਬੱਠੇ ਭੈਣੀ ਵਿੱਚ ਪਹੁੰਚੇ ਹੋਏ ਹਾਂ, ਜਿੱਥੇ ਧਰਮ ਸਿੰਘ ਇਸ ਕਿਸਾਨੀ ਸੰਘਰਸ਼ ਦੀ ਭੇਂਟ ਚੜ੍ਹ ਗਏ ਨੇ। ਇਸ ਪਰਿਵਾਰ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ, ਕਿੰਨਾ ਹਾਲਾਤਾਂ 'ਚ ਇਹ ਪਰਿਵਾਰ ਰਹਿ ਰਿਹਾ, ਜਾਂ ਕਿੰਨੀ ਜ਼ਮੀਨਾਂ ਜਾਇਦਾਦ ਦੇ ਮਾਲਕ ਨੇ, ਕਿਉਂਕਿ ਭਾਵੇਂ ਕਿਸਾਨ ਅੰਦੋਲਨ ਜਿਹੜਾ ਵਾ ਕਾਨੂੰਨ ਜਿਹੜੇ ਨੇ ਰੱਦ ਹੋ ਚੁੱਕੇ ਨੇ, ਪਰ ਇਹਨਾਂ ਪਰਿਵਾਰਾਂ ਦਾ ਕੀ ਬਣੇਗਾ, ਬੜੇ ਵੱਡੇ ਸਵਾਲ ਨੇ। ਹੋਰ ਵੀ ਅਹਿਮ ਸਵਾਲ ਨੇ ਜਿਹੜੇ ਕਿਸਾਨੀ ਦੇ ਨਾਲ ਜੁੜੇ ਹੋਏ, ਜਿਹੜੇ ਹਜੇ ਤੱਕ ਇਸੇ ਤਰ੍ਹਾਂ ਹੀ ਕਾਇਮ ਨੇ। ਤੇ ਆਓ ਧਰਮ ਸਿੰਘ ਦੇ ਪਰਿਵਾਰ ਨੂੰ ਮਿਲਦੇ ਹਾਂ ਤੇ ਉਹਨਾਂ ਦੇ ਹਾਲਾਤ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ, ਇਸ ਵੇਲੇ ਅਸੀਂ ਧਰਮ ਸਿੰਘ ਦੇ ਪਰਿਵਾਰ ਵਿੱਚ ਪਹੁੰਚ ਚੁੱਕੇ ਹਾਂ, ਜਿੱਥੇ ਉਹਨਾਂ ਦਾ ਪੋਤਰਾ ਤੇ ਉਹਨਾਂ ਦੀ ਪੋਤਰੀ, ਉਹਨਾਂ ਦੀ ਨੂੰਹ ਸਾਡੇ ਨਾਲ ਇਸ ਵੇਲੇ ਹਾਜ਼ਰ ਆ। ਆਓ ਆਪਾਂ ਪਰਿਵਾਰ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਯਾਦਾਂ ਨੇ ਉਹ ਸਾਂਝੀਆਂ ਕਰਦੇ। ਸਤਿ ਸ਼੍ਰੀ ਅਕਾਲ ਬੇਟੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਕੀ ਨਾਂ ਜੀ ਆਪਣਾ? ਗੁਰਸੇਵਕ ਸਿੰਘ ਜੀ। ਗੁਰਸੇਵਕ ਸਿੰਘ, ਪੜ੍ਹਦੇ ਹੋ? ਹਾਂਜੀ ਹਾਂਜੀ। ਕਿਹੜੀ ਕਲਾਸ ਜੀ? ITI ਕਰਨੇ ਜੀ, +2 ਹੋ ਗਈ ਹੈ ਜੀ। +2 ਹੋ ਗਈ ਆ, ITI ਠੀਕ ਹੈ ਜੀ। ਤੇ ਕਾਹਦੇ ਮਤਲਬ ਟ੍ਰੇਡ ਕਿਹੜੀ ਹੈ? ਟਰਨਰ ਜੀ। ਟਰਨਰ ਦੀ, ਹਾਂਜੀ ਠੀਕ ਹੈ ਜੀ। ਹਾਂਜੀ। ਤੇ ਤੁਹਾਡੇ ਦਾਦਾ ਜੀ ਸਾਰੀ ਜਿਹੜੀ ਘਟਨਾ ਵਾ ਕਿਸ ਤਰ੍ਹਾਂ ਵਾਪਰੀ ਆ? ਉਹ ਜੀ ਸਾਰਿਆਂ ਤੋਂ ਪਹਿਲਾਂ 26 ਜਨਵਰੀ ਨੂੰ ਗਏ ਸੀ ਜੀ ਉੱਥੇ, ਤੇ ਉੱਥੇ ਉਹ ਰਹੇ ਸਾਰੇ ਜੀ, ਤੇ ਉੱਥੇ ਬਿਮਾਰ ਹੋ ਗਏ ਤੇ ਫਿਰ ਜ਼ਿਆਦਾ ਸਰੀਰ ਪ੍ਰੋਬਲਮ ਹੋ ਗਈ ਤੇ ਫਿਰ ਇੱਥੇ ਇਲਾਜ ਲਈ ਲਿਆਂਦਾ ਗਿਆ, ਫਿਰ ਇਸ ਲਈ ਉਹਨਾਂ ਦੀ ਸਾਡੀ ਡੈਥ ਹੋ ਗਈ ਜੀ। ਹਾਂਜੀ। ਦਾਦਾ ਜੀ ਯਾਦ ਕਿੰਨੀ ਕੁ ਆਉਂਦੀ ਆ? ਉਹ ਬਹੁਤ ਹੀ ਆਉਂਦੀ ਜੀ, ਹੁਣ ਘਾਟਾ ਤਾਂ ਪੂਰਾ ਨਹੀਂ ਹੋਣਾ ਸਾਡੀ ਜੀ। ਹਾਂਜੀ। ਕੀ ਇੱਧਰ ਹੀ ਕੰਮ ਧੰਦਾ ਕਰਨਾ ਰੱਦਾ ਕਿ ਜਾਂ ਵਿਦੇਸ਼ ਜਾਂਦਾ ਰੱਦਾ? ਹਾਂਜੀ, ਨਹੀਂ ਇੱਧਰ ਹੀ ਕਰਾਂਗੇ ਜੀ, ਭਰਤੀ ਵੇਖਾਂਗੇ ਜੀ। ਠੀਕ ਹੈ ਜੀ। ਹਾਂਜੀ। ਵੈਸੇ ਥੋੜ੍ਹਾ ਜਿਹਾ ਫਰਕ ਵੀ ਆ, ਜੇ ਦੁਆਬੇ ਦੇ ਵਿੱਚ ਛੋਟੇ ਜਿਹੇ ਬੱਚੇ ਨੂੰ ਵੀ ਪੁੱਛ ਲਿਆ ਜਾਵੇ ਤਾਂ ਉਹ ਕਹਿੰਦਾ ਵੀ ਮੈਂ ਬਾਹਰ ਹੀ ਜਾਣਾ। ਮਾਝੇ ਦਾ ਅਤੇ ਮਾਲਵੇ ਦਾ ਕੁਛ ਅੰਤਰ ਆ, ਅਤੇ ਚੰਗੀ ਗੱਲ ਆ ਜੇ ਸਾਡੇ ਨੌਜਵਾਨ ਵੀ ਇੱਥੇ ਰਹਿ ਕੇ ਕੰਮ ਕਰਦੇ ਨੇ। ਅਤੇ ਪਰ ਜਿਹੜੀਆਂ ਪਰਿਵਾਰ ਦੇ ਵਿੱਚੋਂ ਜਦੋਂ ਜੀ ਚਲੇ ਜਾਂਦੇ ਨੇ ਅਤੇ ਬੜਾ ਔਖਾ ਹੁੰਦਾ ਮਗਰੋਂ ਪਰਿਵਾਰ ਨੂੰ ਜਿਹੜਾ ਨਿਰਵਾਹ ਕਰਨਾ, ਪਰਿਵਾਰ ਨੂੰ ਜ਼ਿੰਦਗੀ ਜੀਣਾ। ਅਤੇ ਆਓ ਧਰਮ ਸਿੰਘ ਦੀ ਨੂੰਹ ਵੀ ਸਾਡੇ ਨਾਲ ਇਸ ਵੇਲੇ ਹਾਜ਼ਰ ਨੇ, ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਸਾਂਝੀ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਅੰਕਲ। ਕੀ ਨਾਂ ਜੀ ਤੁਹਾਡਾ? ਕੁਲਵਿੰਦਰ ਕੌਰ। ਹਾਂਜੀ। ਸਾਡੇ ਬਾਪੂ ਜੀ ਦਾ ਬਹੁਤ ਪਿਆਰ ਸੀ ਇਹਨਾਂ ਦੇ ਨਾਲ, ਵੀਰਾਂ ਦੇ ਨਾਲ ਵੀ। ਉਹਨਾਂ ਵੀਰਾਂ ਦਾ ਵੀ ਘਾਟਾ ਨਹੀਂ ਪੂਰਾ ਹੋ ਸਕਦਾ, ਸਾਡਾ ਵੀ ਨਹੀਂ ਹੋ ਸਕਦਾ, ਪਰ ਪਹਿਲੇ ਦਿਨ ਤੋਂ ਸਭ ਤੋਂ ਅੱਗੇ ਲੱਗ ਕੇ ਤੁਰੇ ਸੀ ਵੀਰਾਂ ਦੇ ਨਾਲ। ਅਤੇ ਪਰ ਉੱਥੇ ਜਾ ਕੇ ਉਹ ਬਿਮਾਰ ਹੋ ਗਏ ਅਤੇ ਉੱਥੋਂ ਅਸੀਂ ਆਪ ਮੰਗਵਾਇਆ ਸੀ। ਮੁੜ ਕੇ ਜਦੋਂ ਜ਼ਿਆਦਾ ਢਿੱਲੇ ਹੋ ਗਏ ਆ ਅਤੇ ਇੱਥੇ ਆਣ ਕੇ ਮੁੜ ਕੇ ਉਹ ਸਾਨੂੰ ਵਿਛੋੜਾ ਦੇ ਗਿਆ। ਕੋਈ ਸਰਕਾਰ ਵੱਲੋਂ ਸਹਾਇਤਾ ਮਿਲੀ ਹੁਣ ਤੱਕ? ਨਹੀਂ ਸਰ ਜੀ, ਅਜੇ ਨਹੀਂ ਮਿਲੀ ਵੀ, ਹਜੇ ਸਹਾਇਤਾ ਕੋਈ ਨਹੀਂ ਮਿਲੀ ਵੀ। ਅਸੀਂ ਚਾਹੁੰਦੇ ਹਾਂ ਸਾਡੇ ਪਰਿਵਾਰ ਨੂੰ ਕੋਈ ਸਰਕਾਰ ਸਹਾਇਤਾ ਦੇਵੇ, ਨਾ ਕੋਈ ਸਾਡਾ ਪੈਲੀ, ਨਾ ਕੋਈ ਬੰਨਾ ਸਾਡਾ, ਵੀ ਅਸੀਂ ਇਸ ਤਰ੍ਹਾਂ ਹੀ ਗੁਜ਼ਾਰਾ ਕਰਦੇ ਹਾਂ। ਉਹ ਸਾਡਾ ਮੁੱਖ ਸੀ, ਉਹ ਸਾਨੂੰ ਅੱਗੇ ਲਾ ਕੇ ਤੁਰਦਾ ਸੀ, ਉਹਦੇ ਸਿਰ 'ਤੇ ਅਸੀਂ ਪਰਵਾਹ ਨਹੀਂ ਸੀ ਕਰਦੇ ਕੋਈ ਵੀ ਕਰਦੀ, ਵੀ ਸਾਡੇ ਤੋਂ ਵੱਡੇ ਸੀ ਉਹ। ਬਿਲਕੁਲ ਜੀ, ਭਾਵੇਂ ਇਸ ਪਰਿਵਾਰ ਦੇ ਕੋਲ ਜ਼ਮੀਨ ਨਹੀਂ ਹੈ, ਵੀ ਜ਼ਮੀਨਾਂ ਇਹ ਪਰਿਵਾਰ ਆ, ਪਰ ਕਿਸਾਨੀ ਸੰਘਰਸ਼ ਦੇ ਵਿੱਚ ਜਿਹੜਾ ਅੱਗੇ ਹੋ ਕੇ ਜਿਹੜਾ ਲੜਾਈ ਦੇ ਵਿੱਚ ਮੋਰਚਾ ਸੰਭਾਲਿਆ ਸੀ ਇਹਨਾਂ ਨੇ। ਬਹੁਤ ਸਾਰੇ ਜਿਹੜੇ ਅਜਿਹੇ ਪਰਿਵਾਰ ਨੇ ਜਿਨ੍ਹਾਂ ਨੂੰ ਅੱਜ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਸਹਾਇਤਾ ਨਹੀਂ ਮਿਲੀ। 3 ਕਾਲੇ ਕਾਨੂੰਨ ਨੇ ਉਹ ਵਾਪਸ ਲੈ ਲਏ ਨੇ ਸਰਕਾਰ ਨੇ,
ਪਰ ਇਹਨਾਂ ਪਰਿਵਾਰਾਂ ਦਾ ਕੀ ਬਣੇਗਾ, ਕਿੰਨਾ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਰਹਿਣਗੇ, ਇਹ ਬੜੇ ਵੱਡੇ ਸਵਾਲ ਨੇ ਜਿਹੜੇ ਸਰਕਾਰ ਦੇ ਸਾਹਮਣੇ ਨੇ, ਜਿਹੜੇ ਜਥੇਬੰਦੀਆਂ ਦੇ ਸਾਹਮਣੇ ਨੇ। ਕਿਉਂਕਿ ਇਹਨਾਂ ਪਰਿਵਾਰਾਂ ਦੀ ਜਿਹੜੀ ਜ਼ਿੰਦਗੀ ਆ ਉਹਨੂੰ ਬਦਲਣ ਵਾਸਤੇ ਸਰਕਾਰਾਂ ਕਿਹੋ ਜਿਹੇ ਕੰਮ ਕਰਦੀਆਂ, ਤੇ ਉਹਨਾਂ ਦੀ ਪੋਤਰੀ ਵੀ ਸਾਡੇ ਨਾਲ ਹਾਜ਼ਰ ਆ, ਆਪਾਂ ਉਹਨਾਂ ਦੇ ਵਿਚਾਰ ਵੀ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਬੇਟੇ। ਸਤਿ ਸ਼੍ਰੀ ਅਕਾਲ ਜੀ। ਮੇਰੇ ਦਾਦਾ ਜੀ ਸਭ ਤੋਂ ਪਹਿਲਾਂ ਸੰਘਰਸ਼ 'ਚ ਗਏ ਸੀ ਸਾਡੇ ਪਿੰਡੋਂ। ਜਦੋਂ ਕੋਈ ਨਹੀਂ ਤੁਰਦਾ ਸੀ ਉਦੋਂ ਮੇਰੇ ਦਾਦਾ ਜੀ ਤੁਰੇ ਸੀ। ਸਾਰੇ ਉਹਨਾਂ ਨੂੰ ਕਹਿੰਦੇ ਸੀ ਕਿ ਤੁਸੀਂ ਨਾ ਜਾਓ, ਪਰ ਮੇਰੇ ਦਾਦਾ ਜੀ ਅੱਗੇ ਲੱਗ ਕੇ ਤੁਰੇ। ਉਹ ਕਹਿੰਦੇ ਨਹੀਂ, ਮੈਂ ਇਹਨਾਂ ਦੇ ਨਾਲ ਹੀ ਜਾਣਾ ਵਾ। ਉੱਥੇ ਜਾ ਕੇ ਬਹੁਤ ਜ਼ਿਆਦਾ ਬਿਮਾਰ ਹੋ ਗਏ ਸੀ ਤੇ ਉੱਦਾਂ ਹੀ ਦਵਾਈ ਲੈ ਕੇ ਉੱਥੇ ਰਹਿੰਦੇ ਰਹੇ ਸੀ। ਉਹਨਾਂ ਨੂੰ ਕਿਹਾ ਸੀ ਕਿ ਆ ਜਾਓ ਜੇ ਨਹੀਂ ਠੀਕ, ਤੇ ਉਹ ਕਹਿੰਦੇ ਨਹੀਂ, ਮੈਂ ਇਹ ਅੰਦੋਲਨ ਜਿੱਤ ਕੇ ਹੀ ਘਰੇ ਆਉਣਾ ਵਾ। ਤੇ ਬਾਅਦ ਉੱਥੇ ਜਾ ਕੇ ਜ਼ਿਆਦਾ ਹੀ ਬਿਮਾਰ ਹੋ ਗਏ, ਜਿਸ ਕਰਕੇ ਉਹਨਾਂ ਨੂੰ ਘਰੇ ਸੱਦਿਆ ਤੇ ਬਾਅਦ ਉਹਨਾਂ ਦਾ ਮਤਲਬ ਟੈਸਟ ਕਰਵਾਇਆ। ਬਾਅਦ ਪਤਾ ਲੱਗਾ ਕਿ ਉਹਨਾਂ ਨੂੰ ਕੈਂਸਰ ਆ ਤੇ ਕੁਝ ਦਿਨਾਂ ਬਾਅਦ ਉਹਨਾਂ ਦਾ ਦੇਹਾਂਤ ਹੋ ਗਿਆ। ਸਾਡੇ ਘਰ ਨੂੰ ਐਡਾ ਵੱਡਾ ਘਾਟਾ ਪਿਆ ਵਾ ਕਿ ਜਿਹੜਾ ਕਦੀ ਵੀ ਨਹੀਂ ਪੂਰਾ ਹੋ ਸਕਦਾ। ਤੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਵੱਲੋਂ ਸਾਨੂੰ ਕੋਈ ਨਾ ਕੋਈ ਸਹਾਇਤਾ ਦਿੱਤੀ ਜਾਵੇ। ਉਹਨਾਂ ਦਾ ਘਾਟਾ ਤਾਂ ਨਹੀਂ ਪੂਰਾ ਹੋ ਸਕਦਾ, ਪਰ ਕੁਝ ਸਹਾਇਤਾ ਦੇ ਕੇ ਸਾਡੀ ਕੁਝ ਸਹਾਇਤਾ ਹੋ ਸਕਦੀ ਆ। ਨਾਂ ਕੀ ਤੁਹਾਡਾ ਬੇਟੇ? ਦਵਿੰਦਰ ਕੌਰ। ਤੁਸੀਂ ਪੜ੍ਹਦੇ ਹੋ? ਜੀ ਮੈਂ +2 ਕਰ ਲਈ ਆ ਤੇ ਮੈਂ ਗੇਮ ਕਰਦੀ ਹਾਂ ਕਬੱਡੀ। ਨੈਸ਼ਨਲ 'ਚੋਂ ਮੇਰਾ 골ਡ ਮੈਡਲ ਆ, ਐਥਲੈਟਿਕਸ 'ਚੋਂ। ਅੱਗੇ ਪੜ੍ਹਦਾ ਨਹੀਂ ਹੋਰ? ਪੜ੍ਹਨਾ ਚਾਹੁੰਦੀ ਹਾਂ, ਪਰ ਕੁਝ ਮਤਲਬ ਕਿ ਇੰਨਾ ਘਰ ਦਾ ਮਾੜਾ ਹਾਲ ਵਾ ਵੀ ਅੱਗੇ ਸਟੱਡੀ ਨਹੀਂ ਕਰ ਸਕਦੀ ਮੈਂ। ਬਿਲਕੁਲ ਜੀ, ਜਦੋਂ ਪਰਿਵਾਰਾਂ ਦੇ ਕੋਲੇ ਕੋਈ ਜ਼ਮੀਨ ਜਾਇਦਾਦ ਨਾ ਹੋਵੇ ਤੇ ਕਮਾਈ ਦਾ ਕੋਈ ਵਜਮਾ ਜਿਹੜਾ ਸਾਧਨ ਨਾ ਹੋਵੇ ਤੇ ਬੜਾ ਔਖਾ ਹੋ ਜਾਂਦਾ। ਗਰੀਬ ਪਰਿਵਾਰਾਂ ਦੇ ਬੱਚਿਆਂ ਦਾ ਪੜ੍ਹਨਾ, ਤੇ ਜਿਹੜੀ ਜਨਰਲ ਕੈਟਾਗਰੀ ਦੇ ਵਿੱਚ ਬੱਚੇ ਆ ਜਾਂਦੇ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵਜ਼ੀਫੇ, ਕੋਈ ਸਹਾਇਤਾ ਇਹੀ ਨਹੀਂ ਦਿੱਤੀ ਜਾਂਦੀ। ਜਿਸ ਤਰ੍ਹਾਂ ਬੱਚੀ ਦੇ ਕੋਲੇ ਨੈਸ਼ਨਲ ਜਦ ਤੱਕ ਖੇਡਦੀ ਆ ਕਬੱਡੀ ਦੇ ਵਿੱਚ, ਤੇ ਅਜਿਹੇ ਬੱਚਿਆਂ ਦਾ ਸਰਕਾਰਾਂ ਨੂੰ ਚਾਹੀਦਾ ਕਿ ਇਹਨਾਂ ਦੀ ਜਿਹੜੀ ਪੜ੍ਹਾਈ ਆ ਫ੍ਰੀ ਕਰੇ। ਤੇ ਜਿਹੜੇ ਇਹਨਾਂ ਦੇ ਦਾਦਾ ਜੀ ਵੀ ਕਿਸਾਨੀ ਸੰਘਰਸ਼ ਦੇ ਲੇਖੇ ਲੱਗ ਚੁੱਕੇ ਨੇ, ਤੇ ਜ਼ਰੂਰ ਇਹਨਾਂ ਨੂੰ ਜਿਹੜੀ ਸਹਾਇਤਾ ਮਿਲਣੀ ਚਾਹੀਦੀ ਆ। ਇਹਨਾਂ ਦੇ ਪਰਿਵਾਰਾਂ ਦਾ ਜਿਹੜੇ ਬੱਚੇ ਨੇ ਉਹਨਾਂ ਦਾ ਜਿਹੜਾ ਪੜ੍ਹਾਈ ਦਾ ਖਰਚਾ ਉਹ ਵੀ ਸਰਕਾਰ ਨੂੰ ਚੁੱਕਣਾ ਚਾਹੀਦਾ। ਤੇ ਹੋਰ ਜਿਹੜੀ ਬਣਦੀ ਸਹਾਇਤਾ ਵਾ ਇਹਨਾਂ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਜਿਹੜੀ ਤੁਰੰਤ ਮਿਲਣੀ ਚਾਹੀਦੀ ਆ, ਕਿਉਂਕਿ ਇਹ ਬੜੇ ਵੱਡੀਆਂ ਗੱਲਾਂ ਬਾਤਾਂ ਨੇ, ਬੜੇ ਵੱਡੇ ਸਵਾਲ ਨੇ। ਤੇ ਕਿਸਾਨ ਜਿਹੜੇ ਨੇ ਬੜੀ ਵੱਡੀ ਗਿਣਤੀ ਦੇ ਵਿੱਚ ਸ਼ਹਾਦਤ ਦੇ ਚੁੱਕੇ ਨੇ, ਤੇ ਉਹਨਾਂ ਦੇ ਪਰਿਵਾਰਾਂ ਦਾ ਅੱਗੇ ਨਿਰਵਾਹ ਕਰਨਾ ਜਿਹੜਾ ਬੜਾ ਇਹ ਮਸਲਾ ਬਣਿਆ ਹੋਇਆ। ਤੇ ਇਸ ਪਿੰਡ ਦੇ ਹੋਰ ਵੀਰ ਵੀ ਸਾਡੇ ਨਾਲ ਹਾਜ਼ਰ ਨੇ। ਆਪਾਂ ਇਹ ਸਾਰੀ ਘਟਨਾ ਬਾਰੇ ਕਿਸ ਤਰ੍ਹਾਂ ਜਿਹੜਾ ਅੰਦੋਲਨ ਦੇ ਵਿੱਚੋਂ ਜਾਂਦੇ ਰਹੇ ਤੇ ਸਾਰੀ ਘਟਨਾ ਜਿਹੜੀ ਹੈ ਕਿਸ ਤਰ੍ਹਾਂ ਵਾਪਰੀ, ਇਹ ਆਪਾਂ ਉਹਨਾਂ ਕੋਲੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਵੀਰ ਜੀ ਆਪਣਾ? ਮੇਰਾ ਨਾਮ ਜੀ ਗੁਰਭੇਜ ਸਿੰਘ ਆ ਜੀ। ਤੇ ਜਿਹੜਾ ਇਹ ਧਰਮ ਸਿੰਘ ਦੀ ਸ਼ਹਾਦਤ ਹੋਈ, ਕਿਸ ਤਰ੍ਹਾਂ ਇਹ ਸਾਰੀ ਘਟਨਾ ਵਾਪਰੀ ਆ? ਤੁਸੀਂ ਵੀ ਮੈਨੂੰ ਲੱਗਦਾ ਵੀ ਜਿਵੇਂ ਨਾਲ ਜਾਂਦੇ ਰਹੇ ਉਹਨਾਂ ਦੇ। ਹਾਂਜੀ ਜੀ, ਅਸੀਂ ਪਿੰਡ ਪੱਠੇ ਭੈਣੀ ਤੋਂ ਸਾਡੀ ਜਿਹੜੀ ਆ ਯੂਨੀਅਨ ਆ ਸਰਦਾਰ ਇੰਦਰਜੀਤ ਸਿੰਘ ਕੋਟ ਬੁੱਢਾ, ਉਹਦੇ ਥਰੂ ਚੱਲਦੇ ਅਸੀਂ ਪਹਿਲੇ ਦਿਨ ਤੋਂ ਹੀ, ਕਿਉਂਕਿ ਜਦੋਂ ਇਹ ਸੰਘਰਸ਼ ਤੋਂ ਪਹਿਲਾਂ ਫਾੜਕਾਂ ਦੇ ਉੱਤੇ ਜਿਹੜੇ ਆ ਮਤਲਬ ਟਰੇਲਾਂ ਰੋਕੀਆਂ ਗਈਆਂ, ਟ੍ਰੇਨਾਂ ਰੋਕੀਆਂ ਗਈਆਂ, ਜਾਂ ਕਿਤੇ ਵੀ ਧਰਨਾ ਹੁੰਦਾ ਸੀ ਨਾ, ਇਹ ਸਰਦਾਰ ਧਰਮ ਸਿੰਘ ਜੀ ਜੋ ਕਿ ਸਾਡੇ ਚਾਚਾ ਜੀ ਲੱਗਦੇ ਆ, ਇਹ ਸਾਨੂੰ ਘਰ ਘਰ ਜਾ ਕੇ ਪਹਿਲਾਂ ਆਵਾਜ਼ ਦਿੰਦੇ ਸੀ ਕਿ ਆਪਾਂ ਧਰਨੇ 'ਤੇ ਜਾਣਾ। ਸਾਨੂੰ ਨਾਲ ਲੈ ਕੇ ਜਾਂਦੇ ਰਹੇ, ਸਾਡੇ ਗਾੜੀ ਲੱਗ ਸਾਡੇ ਇੱਕ ਪ੍ਰਧਾਨ ਦੇ ਤੌਰ 'ਤੇ ਇਹ ਸਾਡੇ ਕੰਮ ਕਰਦੇ ਸੀ ਇੱਥੇ। ਉਸ ਤੋਂ ਉਪਰੰਤ ਜਦੋਂ ਕੰਮ ਚੱਲਦਾ ਗਿਆ ਸੰਘਰਸ਼ ਦਾ ਕੰਮ, ਤੇ 26 ਨਵੰਬਰ ਜਦੋਂ ਪਹਿਲੇ ਦਿਨ ਚੱਲੇ ਆ, ਉਦੋਂ ਤੁਹਾਨੂੰ ਪਤਾ ਕਿ ਬਹੁਤ ਜ਼ਿਆਦਾ ਤਿਆਰ ਨਹੀਂ ਸੀ ਹੁੰਦਾ। ਇਹਨਾਂ ਨੇ ਘਰ ਘਰ ਜਾ ਕੇ ਸਾਰਿਆਂ ਨੂੰ ਆਖਿਆ ਕਿ ਆਪਾਂ ਚੱਲੀਏ। ਫਿਰ ਇਹ ਗਾੜੀ ਲਾ ਕੇ ਸਾਡੇ ਇੱਥੋਂ ਇੱਕ ਭਾਈ ਧਰਮ ਸਿੰਘ ਜੀ ਦੇ 1-2 ਸਿੰਘ ਸਾਡੇ ਹੋਰ ਜੋ ਕਿ ਟਰਾਲੀਆਂ ਦੇ ਉੱਤੇ 26 ਨਵੰਬਰ ਨੂੰ ਜਦੋਂ ਦਿੱਲੀ ਗਏ। ਉਸ ਤੋਂ ਉਪਰੰਤ ਉੱਥੇ ਮਹੀਨਾ 2 ਮਹੀਨਾ ਰਹੇ, ਤੇ ਪਹਿਲਾਂ ਕੋਈ ਪ੍ਰੋਬਲਮ ਨਹੀਂ ਸੀ, ਠੀਕ ਠਾਕ ਸੀ। ਉਸ ਤੋਂ ਉਪਰੰਤ ਜਦੋਂ ਉੱਥੇ ਗਏ ਆ ਤੇ ਸਰੀਰ ਬਜ਼ੁਰਗ ਸੀ, ਤੇ ਇਹ ਥੋੜ੍ਹਾ ਜਿਹਾ ਉੱਥੇ ਢਿੱਲਾ ਹੋ ਗਏ, ਪਾਣੀ ਪੂਣੀ ਨਾ ਛਕਾ ਜਾਂ ਕਿਸ ਤਰ੍ਹਾਂ ਗਿਣ ਲਓ। ਤੇ ਸਾਨੂੰ ਇੱਥੇ ਫੋਨ ਕੀਤਾ ਕਿ ਮੈਂ ਢਿੱਲਾ ਗਿਆ ਸੀਗਾ, ਤੂੰ ਆ ਜਾ, ਪਰ ਇਹ ਨਹੀਂ ਆਏ। ਜਦੋਂ ਜ਼ਿਆਦਾ ਪ੍ਰੋਬਲਮ ਵੱਧ ਗਈ ਫਿਰ ਇੱਥੇ ਇੱਕ ਵਾਰ ਆਏ, 10-20 ਦਿਨ ਇੱਥੇ ਦਵਾਈ ਖਾਧੀ ਇਹਨਾਂ ਨੇ ਇੱਥੇ ਆ ਕੇ ਪੰਜਾਬ। ਉਸ ਤੋਂ ਉਪਰੰਤ ਫਿਰ ਜਿਹੜਾ ਉੱਥੇ ਚੱਲ ਗਏ, ਤੇ ਜਦੋਂ ਬਿਮਾਰੀ ਥੋੜ੍ਹਾ ਜਿਹਾ ਅੰਦਰ ਵੱਧਦੀ ਗਈ, ਨਾ ਇਹਨਾਂ ਧਿਆਨ ਦੇ ਭਾਰਤ ਧਰਨੇ ਨਾਲ ਇੰਨਾ ਇਹਨਾਂ ਨੂੰ ਉੱਥੇ ਪਿਆਰ ਸੀ, ਕਹਿੰਦੇ ਵੀ ਨਹੀਂ। ਕਿਉਂਕਿ ਇੱਕ ਗੱਲ ਇੱਥੇ ਦੱਸਣੀ ਜ਼ਰੂਰੀ ਆ ਕਿ ਧਰਮ ਸਿੰਘ ਹੋਣਾ ਦੀ ਕੋਈ ਜ਼ਮੀਨ ਨਹੀਂ ਆਪਦੀ ਘਰ ਦੀ, ਪਰ ਫਿਰ ਵੀ ਇੱਕ ਕਿਸਾਨਾਂ ਦੇ ਤੌਰ 'ਤੇ ਕਿ ਨਹੀਂ ਅਸੀਂ ਮੋਰਚਾ ਜਿੱਤਣਾ ਵਾ, ਅਸੀਂ ਕਿਸਾਨ ਵਾ, ਸਾਡਾ ਸਰਕਾਰ ਨਾਲ ਮੱਥਾ ਲੱਗਾ ਵਾ, ਅਸੀਂ ਸੰਘਰਸ਼ ਜਿੱਤ ਕੇ ਅਸੀਂ ਵਾਪਸ ਆਉਣਾ। ਫਿਰ ਚੱਲ ਗਏ। ਉਸ ਤੋਂ ਉਪਰੰਤ 2-3 ਵਾਰੀ ਅਸੀਂ ਸੱਦਣ ਦੇ ਬਾਵਜੂਦ ਵੀ 2-4 ਦਿਨ ਇੱਥੇ ਘਰ ਆ ਜਾਣਾ, ਫਿਰ ਚੱਲ ਜਾਣਾ, ਫਿਰ ਆ ਜਾਣਾ, ਫਿਰ ਚੱਲ ਜਾਣਾ। ਬਾਅਦ ਦੇ ਵਿੱਚ ਇੰਨੀ ਪ੍ਰੋਬਲਮ ਵੱਧ ਗਈ ਕਿ ਉੱਥੇ ਜਾ ਕੇ ਕੋਈ ਬਹੁਤਾ ਜ਼ਿਆਦਾ ਇਲਾਜ ਨਾ ਹੋ ਸਕਿਆ, ਤੇ ਜਿਹੜੀ ਅੰਦਰ ਪੇਟ ਦੇ ਵਿੱਚ ਕੈਂਸਰ ਬਣ ਗਈ। ਤੇ ਫਿਰ ਜਦੋਂ ਅਸੀਂ ਫੋਨ ਕਰਕੇ ਸੱਦਿਆ ਤੇ ਇੱਥੇ ਆਏ, ਅਸੀਂ ਬੜੇ
ਮਤਲਬ ਹਸਪਤਾਲਾਂ 'ਚ ਲਈ ਫਿਰਦੇ ਰਹਿ ਕੇ ਮਾਣ ਆ ਜੇ ਪਰ ਬਿਮਾਰੀ ਜਿਹਦੀ ਬਹੁਤ ਜਿੱਤ ਚੁੱਕੀ ਸੀ ਤੇ ਸਰਦਾਰ ਧਰਮ ਸਿੰਘ ਜੀ ਜਿਹੜੇ ਸ਼ਹੀਦ ਹੋ ਗਏ। ਉਹਨਾਂ ਦੇ ਪਰਿਵਾਰ ਨੂੰ ਕੋਈ ਸਰਕਾਰੀ ਸਹਾਇਤਾ ਮਿਲੀ ਅਜੇ ਤੱਕ ਜੀ? ਹਾਂਜੀ ਨਹੀਂ ਜੀ, ਵੇਖੋ ਉਹਨਾਂ ਦੇ ਪਰਿਵਾਰ ਨੂੰ ਅਜੇ ਤੱਕ ਕੋਈ ਸਹਾਇਤਾ ਨਹੀਂ ਮਿਲੀ। ਤੇ ਮੈਂ ਦੱਸਣਾ ਵੀ ਚਾਹੁੰਦਾ ਵਾਂ ਕਿ ਉਹਨਾਂ ਜਿਹੜਾ ਪੋਤਰਾ ਵਾ ਇਹਨਾਂ ਵੀ +2 ਕੀਤੀ ਆ, ਉਹਨਾਂ ਦੀਆਂ 2 ਪੋਤੀਆਂ ਵਾ ਜੋ ਕਿ ਗੇਮ ਕਬੱਡੀ ਦੀ ਬੜੀ ਵਧੀਆ ਗੇਮ ਬੈਸਟ ਪਲੇਅਰ 'ਚੋਂ ਆਉਂਦੀਆਂ ਵਾ ਤੇ ਦੋਵੇਂ ਪੜ੍ਹੀਆਂ ਲਿਖੀਆਂ ਵਾ। ਪਰ ਸਰਕਾਰ ਨੇ ਅਜੇ ਤੱਕ ਸਹਾਇਤਾ ਤੇ ਗੱਲ ਦੂਰ ਦੀ ਕਦੀ ਵੀ ਕਿਸੇ ਅਣਕਿੰਨੇ ਦੀ ਸਾਰ ਵੀ ਨਹੀਂ ਲਈ ਵੀ ਤੁਹਾਡਾ ਤੁਸੀਂ ਕਿੱਦਾਂ ਗੁਜ਼ਾਰਾ ਕਰਦੇ। ਤੁਸੀਂ ਆ ਘਰ ਦੇ ਹਾਲਾਤ ਵੇਖ ਲਓ ਕਿ ਆਪਦਾ ਉਹੀ ਖਾਣਾ ਤੇ ਉਹੀ ਪਕਾਉਣਾ ਉਹੀ ਖਾਣਾ ਹੈ ਨਾ। ਪਰ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਨੂੰ ਜਾਂ ਇਹ ਸਾਰੇ ਜਿਹਨੂੰ ਚਲੋ ਵੀ ਰਲ ਮਿਲ ਕੇ ਉਹਨਾਂ ਨੂੰ ਕੋਈ ਪੋਤੀਆਂ ਵਾ ਜਾਂ ਉਹਨਾਂ ਦਾ ਪੋਤਾ ਉਹਨਾਂ ਨੂੰ ਕੋਈ ਸਰਕਾਰੀ ਸਹਾਇਤਾ ਮਿਲੇ ਜਾਂ ਕੋਈ ਨੌਕਰੀ ਮਿਲੇ ਜਾਂ ਕੋਈ ਜੋ ਇਹਨਾਂ ਨੂੰ ਥੋੜ੍ਹਾ ਮਾਇਆ ਦਾ ਫੰਡ ਲੇ ਉਹਨਾਂ ਦੀ ਮਦਦ ਹੋ ਸਕੇ ਸਰਕਾਰ ਦੀ ਇਹਨਾਂ ਪਰਿਵਾਰ ਦੀ। ਜਿਵੇਂ ਆ ਜਿਹੜੇ ਕਾਲੇ ਕਾਨੂੰਨ ਨੇ ਤਿੰਨੇ ਵਾਪਸ ਲੈ ਲਿਆ ਤੇ ਉਸ ਸਮੇਂ ਦੇ ਵਿੱਚ ਜਦੋਂ ਜਿਹੜੇ ਕਿਸਾਨ ਨੇ ਉਹਨਾਂ ਦੀ ਹਜੇ ਤੱਕ ਕੋਈ ਸਾਰ ਨਹੀਂ ਲਈ ਗਈ ਇਹਨਾਂ ਪਰਿਵਾਰਾਂ ਦੀ, ਤੇ ਫਿਰ ਕਿਸ ਤਰ੍ਹਾਂ ਤੁਸੀਂ ਕੀ ਚਾਹੁੰਦੇ ਹੋ ਸਰਕਾਰ ਤੋਂ ਜਾਂ ਕੀ ਜਥੇਬੰਦੀਆਂ ਕੋਲੋਂ ਮੰਗ ਕਰਦੇ ਹੋ? ਵੇਖੋ ਜੀ, ਅਸੀਂ ਤਾਂ ਇਹੋ ਜਥੇਬੰਦੀਆਂ ਤੋਂ ਮੰਗ ਕਰਦੇ ਹਾਂ ਕਿ ਜਿਹੜੇ ਸੂਰਮਿਆਂ ਨੇ ਜਿਹੜੇ ਧਰਮ ਸਿੰਘ ਵਰਗੇ ਆ ਜਾਂ ਹੋਰ ਵੀ ਬੜੇ ਪਿੰਡਾਂ ਦੇ ਵਿੱਚੋਂ ਆ, ਕਿਉਂਕਿ ਇਹਨਾਂ ਸੂਰਮਿਆਂ ਦੇ ਸਿਰ ਤੇ ਹੀ ਆਪਾਂ ਅੱਜ ਮੋਰਚਾ ਜਿੱਤਿਆ, ਇਹਦੇ ਵਿੱਚ ਕੋਈ ਦੋ ਰਾਇ ਨਹੀਂ। ਜਿਹੜੇ ਘਰਾਂ 'ਚ ਬੈਠੇ ਰਹੇ ਉਹਨਾਂ ਸਿਰ ਤੇ ਨਹੀਂ, ਇਹਨਾਂ ਸਿਰ ਤੇ ਜਿੱਤਿਆ ਵਾ। ਅੱਜ ਜਦੋਂ ਮਹਾਰਾਜ ਦੀ ਕਿਰਪਾ ਦੇ ਨਾਲ ਜਥੇਬੰਦੀਆਂ ਨੇ ਚਲੋ ਮੋਢੇ ਨਾਲ ਮੋਢਾ ਮਾਰ ਕੇ ਸਾਰੇ ਪੰਜਾਬ ਨੇ ਬਾਕੀ ਸਿੱਧਾਂ ਨੇ ਇਹ ਮੋਰਚਾ ਜਿੱਤਿਆ ਵਾ। ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਕੋਈ ਜ਼ਰੂਰ ਇਹਨਾਂ ਦੇ ਪਰਿਵਾਰਾਂ ਦੀ ਕੋਈ ਸਾਰ ਲਈ ਜਾਵੇ, ਮਗਰੋਂ ਖਾਸ ਕਰਕੇ ਜਿਹੜੇ ਇਹੋ ਜਿਹੇ ਪਰਿਵਾਰ ਵਾ ਕਿ ਮਗਰ ਕੋਈ ਸਹਾਇਤਾ ਨਹੀਂ, ਉਹ ਇਹਨਾਂ ਲਈ ਫਿਰਦਾ ਸੀ, ਵੱਡਾ ਮੁਖੀਆ ਸੀ, ਉਹ ਜਿਹੜੇ ਸ਼ਹੀਦ ਹੋ ਗਏ ਉਹਨਾਂ ਦੀ ਜ਼ਰੂਰ ਸਾਰ ਲਈ ਜਾਵੇ। ਜਥੇਬੰਦੀਆਂ ਨੂੰ ਵੀ ਬੇਨਤੀ ਕਰਾਂਗੇ ਕਿ ਜਿਹੜੇ ਇਹੋ ਜਿਹੇ ਪਰਿਵਾਰ ਵਾ ਤੁਸੀਂ ਉਹਨਾਂ ਨੂੰ ਨੌਕਰੀਆਂ ਦਿਵਾਓ, ਕੋਈ ਜਿਵੇਂ ਪੈਸਾ ਦੇ ਉਹਨਾਂ ਨੂੰ ਫੰਡ ਮਿਲੇ ਤਾਂ ਜੋ, ਕਿਉਂਕਿ ਚਲੋ ਮੋਰਚਾ ਤੇ ਹੁਣ ਆਪਾਂ ਜਿੱਤ ਹੀ ਲਿਆ ਵਾ ਲਗਭਗ, ਤਾਂ ਜੋ ਇਹਨਾਂ ਪਰਿਵਾਰਾਂ ਦੀ ਜ਼ਰੂਰ ਸਾਰ ਲਈ ਜਾਵੇ ਜੀ। ਬਿਲਕੁਲ ਜੀ, ਮੋਰਚਾ ਤਾਂ ਜਿੱਤ ਲਿਆ ਤੇ ਇਹਨਾਂ ਪਰਿਵਾਰਾਂ ਦੀ ਹਜੇ ਬਹੁਤ ਸਾਰੇ ਅਜਿਹੇ ਪਰਿਵਾਰ ਨੇ ਜਿਨ੍ਹਾਂ ਨੂੰ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਸਹਾਇਤਾ ਨਹੀਂ ਮਿਲੀ। ਹਾਂ, ਕੁਝ ਗਿਣਵੇਂ ਚੁਣਵੇਂ ਪਰਿਵਾਰ ਨੇ ਜਿਨ੍ਹਾਂ ਨੂੰ ਸਰਕਾਰੀ ਸਹਾਇਤਾ ਮਿਲ ਗਈ ਆ ਜਾਂ ਜਿਨ੍ਹਾਂ ਦੇ ਬੱਚਿਆਂ ਨੂੰ ਨੌਕਰੀ ਮਿਲ ਗਈ ਆ, ਪਰ ਬਹੁਤ ਸਾਰੇ ਪਰਿਵਾਰ ਜਿਹੜੇ ਅਜਿਹੇ ਨੇ ਜਿਨ੍ਹਾਂ ਨੂੰ ਅਜੇ ਤੱਕ ਕੋਈ ਸਹਾਇਤਾ ਨਹੀਂ ਮਿਲੀ। ਤੇ ਜ਼ਰੂਰ ਜਥੇਬੰਦੀਆਂ ਨੂੰ ਵੀ ਪਹਿਲ ਕਦਮੀ ਕਰਨੀ ਚਾਹੀਦੀ ਆ, ਇਹਨਾਂ ਪਰਿਵਾਰਾਂ ਦੀ ਜਿਹੜੀ ਸਾਰ ਲੈਣੀ ਚਾਹੀਦੀ ਹੈ ਤੇ ਸਰਕਾਰ ਨੂੰ ਵੀ ਵਿਸ਼ੇਸ਼ ਤੌਰ ਤੇ ਅਜਿਹੇ ਪਰਿਵਾਰਾਂ ਦੇ ਵੱਲ ਧਿਆਨ ਦੇਣਾ ਚਾਹੀਦਾ, ਕਿਉਂਕਿ ਜੇ ਕਿਸਾਨ ਮੋਰਚੇ ਦੀ ਜਿੱਤ ਹੋਈ ਹੈ ਤਾਂ ਇਹਨਾਂ ਦਾ ਬਹੁਤ ਵੱਡਾ ਉਹਦੇ ਵਿੱਚ ਜਿਹੜਾ ਯੋਗਦਾਨ ਆ ਜਿਹੜਾ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਸੋ ਸਾਡੀ ਵੀ ਸਰਕਾਰਾਂ ਨੂੰ ਅਪੀਲ ਬੇਨਤੀ ਆ ਕਿ ਅਜਿਹੇ ਪਰਿਵਾਰਾਂ ਦੀ ਤੁਰੰਤ ਜਿਹੜੀ ਸਾਰ ਲਈ ਜਾਵੇ। ਜੋ ਸਰਕਾਰ ਨੇ ਐਲਾਨ ਕੀਤਾ ਬਣਦੀ ਰਾਸ਼ੀ ਉਹਨੂੰ ਦਿੱਤੀ ਜਾਵੇ, ਉਹਨਾਂ ਦੇ ਪਰਿਵਾਰ ਨੂੰ ਜਿਹੜੀ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਕਿ ਇਹ ਪਰਿਵਾਰ ਵੀ ਆਪਣੀ ਚੰਗੀ ਜ਼ਿੰਦਗੀ ਜਿਹੜੀ ਨਿਰਵਾਹ ਕਰ ਸਕਣ। ਸੋ ਦਰਸ਼ਕੋ, ਇਸੇ ਪ੍ਰੋਗਰਾਮ ਇਹ ਪੁੱਤਰ ਹੱਟਾਂ ਤੇ ਨਹੀਂ ਵਿਕਦੇ, ਕਿਉਂਕਿ ਜਿਹੜੀਆਂ ਜਾਨਾਂ ਜਾ ਚੁੱਕੀਆਂ ਨੇ ਉਹਨਾਂ ਨੇ ਇਸ ਦੁਨੀਆ ਤੇ ਵਾਪਸ ਨਹੀਂ ਆਉਣਾ। ਠੀਕ ਆ ਵੀ ਉਹਨਾਂ ਦੀ ਕੁਰਬਾਨੀ ਕਰਕੇ, ਕਿਸਾਨਾਂ ਦੇ ਸਿਰ ਕਰਕੇ, ਕਿਸਾਨਾਂ ਦੀ ਏਕਤਾ ਕਰਕੇ ਆਪਾਂ ਮੋਰਚਾ ਤਾਂ ਜਿੱਤ ਲਿਆ, ਪਰ ਇਹਨਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਦਾ ਬੜਾ ਜੁੰਮਾ ਵੀ ਆਪਣੇ ਸਿਰ ਤੇ ਆ ਜਿਹੜਾ ਨਿਭਾਉਣ ਦੀ ਲੋੜ ਆ। ਸੋ ਮੈਨੂੰ ਦੇ ਉੱਤੇ ਆ ਗਿਆ। ਦੇਖਦੇ ਰਹੋ ਦੀ TV NRI। ਸਤਿ ਸ੍ਰੀ ਅਕਾਲ।